ਸਵੇਰੇ ਸੰਗਤ ਇੱਥੇ ਬੈਠੀ ਸੀ ਤੇ ਟਾਸਕ ਫੋਰਸ ਦੇ ਵੱਲੋਂ ਉਹ ਸੰਗਤਾਂ ਦੇ ਉੱਤੇ ਡਾਂਗ ਭਰਾਈ ਗਈ। ਕੁਝ ਸਿੰਘਾਂ ਨੂੰ ਸੱਟਾਂ ਲੱਗੀਆਂ, ਦਸਤਾਰਾਂ ਲਾਈਆਂ ਗਈਆਂ। ਪਰ ਜਿਹੜੀ ਨਿਸ਼ਪਕਸ਼ ਕਾਰਵਾਈ ਦੀ ਗੱਲ ਆ ਉਹ ਇਸੇ ਕਰਕੇ ਅਸੀਂ ਪਰਚਾ ਆਪ ਦਾ ਚ ਕਰਾਉਣ ਲੱਗੇ ਹਾਂ ਕਿ ਐਸਜੀਪੀਸੀ ਜੇ ਪਰਚਾ ਆਪ ਕਰਾਉਂਦੀ ਆ ਤਾਂ ਕੇਸ ਨੂੰ ਕਮਜ਼ੋਰ ਰੱਖੂਗੀ। ਹੋ ਸਕਦਾ ਵੀ ਉਹ ਆਪਣੇ ਬੰਦਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰੇ, ਪਰ ਪਰਚਾ ਅਸੀਂ ਕਰਾਵਾਂਗੇ, ਦੋਸ਼ੀਆਂ ਤੇ ਠੋਸ ਕਾਰਵਾਈ ਅਸੀਂ ਕਰਾਵਾਂਗੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਸਾਹਿਬ ਲਾਪਤਾ ਹੋਣ ਦੇ ਮਾਮਲੇ 'ਚ ਸਿੱਖ ਜਥੇਬੰਦੀਆਂ ਤੇ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਸ਼ਾਂਤਮਈ ਤਰੀਕੇ ਨਾਲ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ, ਜਿਸ ਦੌਰਾਨ ਐਸਜੀਪੀਸੀ ਦੀ ਟਾਸਕ ਫੋਰਸ ਤੇ ਸਿੰਘਾਂ ਵਿਚਕਾਰ ਹੱਥੋਂ-ਪਾਈ ਹੋ ਗਈ ਅਤੇ ਉਹਨਾਂ ਦੀਆਂ ਦਸਤਾਰਾਂ ਉਤਰ ਗਈਆਂ ਤੇ ਮੀਡੀਆ ਤੇ ਵੀ ਹਮਲਾ ਕੀਤਾ ਗਿਆ, ਜਿਸ ਤੋਂ ਬਾਅਦ ਹੁਣ ਐਸਜੀਪੀਸੀ ਦੇ ਪ੍ਰਬੰਧਕਾਂ ਵੱਲੋਂ ਸਿੱਖ ਜਥੇਬੰਦੀਆਂ ਤੋਂ ਮਾਫੀ ਮੰਗ ਲਈ ਗਈ ਹੈ। ਉੱਥੇ ਹੀ ਸਿੱਖ ਜਥੇਬੰਦੀਆਂ ਦੇ ਆਗੂ ਤੇ ਵਕੀਲ ਨੇ ਦੱਸਿਆ ਕਿ ਉਹਨਾਂ ਵੱਲੋਂ ਐਸਜੀਪੀਸੀ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਸੀ, ਜਿਸ ਵਿੱਚ ਮੰਗ ਕੀਤੀ ਗਈ ਹੈ ਕਿ ਪੁਰਾਣੇ ਮਤੇ ਨੂੰ ਰੱਦ ਕਰਕੇ ਦੋਸ਼ੀਆਂ ਖਿਲਾਫ ਫੌਜਦਾਰੀ ਪਰਚਾ ਕਰਨ ਦਾ ਨਵਾਂ ਮਤਾ ਪਾਇਆ ਜਾਵੇ ਅਤੇ ਜੋ ਬੈਰੀਕਾਰਡ ਲਗਾ ਕੇ ਸੰਗਤ ਨੂੰ ਪ੍ਰਦਰਸ਼ਨ ਕਰਨ ਤੋਂ ਰੋਕਿਆ ਗਿਆ ਉਹਨਾਂ ਨੂੰ ਹਟਾਇਆ ਜਾਵੇ। ਅੱਜ ਅਸੀਂ ਸ਼੍ਰੋਮਣੀ ਕਮੇਟੀ ਦੇ ਮੈਮੋਰੰਡਮ ਦੇ ਕੇ ਆਏ ਹਾਂ, ਜਿਹਦੇ ਵਿੱਚ ਅਸੀਂ ਸ਼੍ਰੋਮਣੀ ਕਮੇਟੀ ਨੂੰ ਕਿਹਾ ਕਿ ਜਿਹੜਾ ਤੁਸੀਂ ਮਤਾ ਪਾਸ ਕੀਤਾ ਹੈ ਕਿ ਦੋਸ਼ੀਆਂ ਦੇ ਖਿਲਾਫ ਫੌਜਦਾਰੀ ਪਰਚਾ ਦਰਜ ਨਹੀਂ ਹੋਊਗਾ, ਉਹਨੂੰ ਰੱਦ ਕੀਤਾ ਜਾਏ ਤੇ ਜਿਹੜਾ ਅਗਲਾ ਤੁਹਾਡਾ ਇੰਟਰਮ ਕਮੇਟੀ ਦੀ ਮੀਟਿੰਗ ਹੈਗੀ ਆ ਉਹਦੇ ਵਿੱਚ ਨਵਾਂ ਮਤਾ ਲੈ ਕੇ ਆਇਆ ਜਾਏ ਵੀ ਜਿਹੜੇ ਦੋਸ਼ੀ ਨੇ ਉਹਨਾਂ ਦੇ ਖਿਲਾਫ ਫੌਜਦਾਰੀ ਪਰਚਾ ਦਰਜ ਹੋਣਾ ਚਾਹੀਦਾ ਹੈ। ਇਹ ਜਿਹੜੀ ਅਸੀਂ ਪਿਛਲੇ ਮੁੱਦਿਆਂ ਦੇ ਉੱਤੇ ਹੁੰਦੀ ਹੈ ਅੱਜ ਬੜੀ ਉਹਨਾਂ ਨੇ ਇੰਸ਼ੋਰੈਂਸ ਦਿੱਤੀ ਹੈ ਜੀ, ਬੜਾ ਸਿੰਸੀਅਰਟੀ ਨਾਲ ਲਿਆ। ਉਹ ਮਹਿਸੂਸ ਕਰਦੇ ਨੇ ਵੀ ਜੋ ਵੀ ਹੋਇਆ ਗਲਤ ਹੋਇਆ ਹੈ, ਕਿ ਸ਼੍ਰੋਮਣੀ ਕਮੇਟੀ ਦਾ ਫਰਜ਼ ਹੈਗਾ ਸੀ ਜਿਹੜਾ ਨਹੀਂ ਕਰ ਸਕੀ। ਜਿਹੜੇ ਰਸਤੇ ਬੈਰੀਕੇਡ ਲਗਾ ਕੇ ਬੰਦ ਕੀਤੇ ਗਏ ਨੇ ਇਹਨਾਂ ਬਾਰੇ ਕੀ ਫੈਸਲਾ ਹੈ? ਇਹ ਕਹਿੰਦੇ ਨੇ ਜੀ ਅਸੀਂ ਅੱਜ ਖੋਲ ਦਵਾਂਗੇ ਇਹਨਾਂ ਨੂੰ। ਜਿਹੜਾ ਧਰਨਾ ਹੋ ਕਿੰਨਾ ਚਿਰ ਧਰਨਾ ਇਹ ਜਦ ਤੱਕ ਐਫਆਈਆਰ ਦਰਜ ਨਹੀਂ ਹੁੰਦੀ। ਕਮਿਸ਼ਨਰ ਸਾਹਿਬ ਨੂੰ ਦੇਤੀ ਹੈ ਜੀ ਇਹਦੇ ਸੰਬੰਧੀ ਕੰਪਲੇਂਟ ਤੁਹਾਡੇ ਕੋਲ? ਅਸੀਂ ਕਮਿਸ਼ਨਰ ਸਾਹਿਬ ਨੂੰ ਮਿਲਣ ਜਾ ਰਹੇ ਹਾਂ ਜੀ ਸਾਰੇ ਇਸ਼ੂ ਨੂੰ ਲੈ ਕੇ। ਕਿਉਂਕਿ ਐਸਜੀਪੀਸੀ ਵੱਲੋਂ ਜਿਹੜੀ ਸਵੇਰੇ ਤੁਹਾਡੇ ਜਥੇਬੰਦੀਆਂ ਦੇ ਬੰਦਿਆਂ ਨਾਲ ਹੱਥੋਂ-ਪਾਈ ਕੀਤੀ ਗਈ ਹੈ, ਉਹਦੇ ਬਾਰੇ ਕੀ ਕਹਿਣਾ? ਉਹ ਬੜਾ ਮੰਦਭਾਗਾ ਹੈਗਾ। ਇੱਥੇ ਜਿਹੜਾ ਗੁਰੂ ਸਾਹਿਬ ਦਾ ਘਰ ਹੈਗਾ, ਸਾਰਿਆਂ ਲਈ ਖੁੱਲ੍ਹਾ ਹੈਗਾ। ਇੱਥੇ ਸ਼੍ਰੋਮਣੀ ਕਮੇਟੀ ਦਾ ਫਰਜ਼ ਬਣਦਾ ਵੀ ਥੋੜੇ ਸਿਆਣੇ ਬੰਦੇ ਡਿਪਿਊਟ ਕਰਕੇ ਜਿਹੜਾ ਵਾ ਇਹਨੂੰ ਐਮਿਕੇਬਲੀ ਰਿਜ਼ੋਲਵ ਕਰਨ ਜੀ। ਕੀ ਇਹਦੇ ਸੰਬੰਧੀ ਵੀ ਕੰਪਲੇਂਟ ਕੀਤੀ ਜਾਏਗੀ? ਫਿਲਹਾਲ ਮੇਰੇ ਨੋਟਿਸ 'ਚ ਨਹੀਂ ਹੈਗਾ ਜੀ ਕੀਤੀ ਕਿ ਨਹੀਂ ਕੀਤੀ ਹੈਗੀ। ਨਹੀਂ ਕੀਤੀ ਜਾਏਗੀ ਜੀ। ਜਿਹੜੀ ਨਿਹੰਗ ਸਿੰਘ ਵੱਲੋਂ ਵੀ ਜਿਹੜੀ ਦਸਤਾਰ ਲਾਈ ਗਈ ਹੈ ਜੀ ਉਹਨਾਂ ਦੀ, ਇਹਨਾਂ ਸੰਬੰਧੀ ਤੁਸੀਂ ਕੰਪਲੇਂਟ ਕਰਵਾਓਗੇ ਜੀ? ਕੀਤੀ ਜਾਏਗੀ ਕਾਰਵਾਈ? ਜੇ ਤੋਂ ਕਹਿਣਗੇ ਫਿਰ ਡੈਫੀਨੇਟਲੀ ਹੋਏਗੀ। ਅਗਲੀ ਰਣਨੀਤੀ ਕੀ ਹੈ ਜੀ? ਅਗਲੀ ਰਣਨੀਤੀ ਇਹ ਹੈ ਕਿ ਮੋਰਚਾ ਕੰਟੀਨਿਊ ਰਹੂਗਾ ਜਦ ਤੱਕ ਪਰਚਾ ਦਰਜ ਨਹੀਂ ਹੁੰਦਾ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਜੀ ਫਤਿਹ ਜੀ। ਆਪਾਂ ਸਾਰੇ ਜਾਣਦੇ ਹਾਂ ਕਿ ਜਿਹੜਾ ਮੋਰਚਾ ਲੱਗਾ ਹੋਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਹਿਰੇ ਹੇਠ, ਉਹਦੇ ਵਿੱਚ ਜਿਹੜਾ ਇਹਨਾਂ ਵੱਲੋਂ ਰਸਤੇ ਬੰਦ ਕੀਤੇ ਗਏ ਸੀ ਰਾਤ, ਟੀਨਾ ਲਾ ਕੇ ਤੇ ਦੋਵੇਂ ਪਾਸਿਓਂ ਜਿਹੜੀ ਉਹ ਸਬ ਜੇਲ੍ਹ ਟਾਈਪ ਬਣਾਈ ਗਈ ਸੀਗੀ। ਮੰਜੀ ਸਾਹਿਬ ਦਾ ਰਸਤਾ ਵੀ ਬੰਦ ਕਰਤਾ ਸੀ, ਬਾਬਾ ਟਾਲ ਰਾਏ ਦਾ ਵੀ ਕਰਤਾ ਸੀਗਾ। ਉਹਦੇ ਰੋਸ ਵਜੋਂ ਸਵੇਰੇ ਸੰਗਤ ਇੱਥੇ ਬੈਠੀ ਸੀ ਤੇ ਟਾਸਕ ਫੋਰਸ ਦੇ ਵੱਲੋਂ ਉਹ ਸੰਗਤਾਂ ਦੇ ਉੱਤੇ ਡਾਂਗ ਭਰਾਈ ਗਈ। ਕੁਝ ਸਿੰਘਾਂ ਨੂੰ ਸੱਟਾਂ ਲੱਗੀਆਂ, ਦਸਤਾਰਾਂ ਲਾਈਆਂ ਗਈਆਂ। ਬਾਅਦ ਵਿੱਚ ਕਿ ਸੰਗਤ ਇਕੱਠੀ ਹੋ ਗਈ, ਰੋਸ ਵਜੋਂ ਇਹਨਾਂ ਨੇ ਮਾਫੀ ਮੰਗ ਲਈ ਹੈ। ਟਾਸਕ ਫੋਰਸ ਦੇ ਜਿਹੜੇ ਸੀਨੀਅਰ ਸੁਪਰਵਾਈਜ਼ਰ, ਮੈਨੇਜਰ ਤੱਕ ਲੈਵਲ ਦੇ ਬੰਦੇ ਨੇ, ਉਹਨਾਂ ਵੱਲੋਂ ਮਾਫੀ ਮੰਗ ਲਈ ਗਈ ਹੈ। ਪਰ ਸਾਡੀ ਜਿਹੜੀ ਸੀ ਵੀ ਰਸਤੇ ਬੰਦ ਕਰਨ ਦਾ ਕੀ ਮਤਲਬ ਬਣਦਾ ਵਾ? ਸੰਗਤ ਦੇ ਗੁਰੂ ਘਰ ਦੇ ਜੇ ਮੋਰਚਾ ਲੱਗਾ ਵਾ ਤੇ ਉਹ ਲੱਗਾ ਵੱਖਰੀ ਵਿਸ਼ਾ ਵਾ। ਪਰ ਹੁਣ ਸਾਡੀ ਜਿਹੜੀ ਸ਼ਰਤ ਸੀ ਇਹਨਾਂ ਦੇ ਗਾੜੀ ਉਹ ਇਹ ਸੀ ਵੀ ਰਸਤਾ ਤੁਸੀਂ ਖੋਲੋਗੇ ਤੇ ਬਹੁਤ ਵਧੀਆ, ਨਹੀਂ ਤੇ ਅਸੀਂ ਆਪ ਖੋਲਾਂਗੇ ਹੀ। ਉਹਦੇ ਵਾਸਤੇ ਟਕਰਾਅ ਤੁਸੀਂ ਪੈਦਾ ਕਰਨਾ ਚਾਹੁੰਦੇ ਹੋ, ਪਰ ਅਸੀਂ ਚਾਹੁੰਦੇ ਨਹੀਂ। ਪਰ ਰਸਤੇ ਅਸੀਂ ਬੰਦ ਨਹੀਂ ਰਹਿਣ ਦੇਣੇ। ਪਰ ਗੁਰੂ ਸਾਹਿਬ ਨੇ ਕਿਰਪਾ ਕੀਤੀ ਆ, ਹੁਣ ਉਹ ਜਿਹੜੇ ਰਸਤੇ ਨੇ ਇਹ ਅੱਜ ਰਾਤ ਤੱਕ ਖੁੱਲ੍ਹ ਜਾਣਗੇ ਜੀ। ਤੇ ਮੋਰਚਾ ਜਿਹੜਾ ਵਾ ਉਹ ਨਿਰੰਤਰ ਜਾਰੀ ਹੈ। ਟਾਸਕ ਫੋਰਸ ਦੇ ਵੱਲੋਂ ਜਿਹੜੀ ਗਲਤੀ ਕੀਤੀ ਗਈ ਸੀ ਉਹਦੀ ਉਹਨਾਂ ਮਾਫੀ ਮੰਗ ਲਈ ਹੈ। ਮੋਰਚਾ ਕਦੋਂ ਤੱਕ ਤੁਹਾਡਾ ਲਗਾਤਾਰ ਜਾਰੀ ਰਹੇਗਾ? ਦੇਖੋ ਜੀ, ਕਾਨੂੰਨੀ ਜਿਹੜੀ ਪ੍ਰਕਿਰਿਆ ਵਾ ਉਹਨਾਂ ਦੋਸ਼ੀਆਂ ਤੇ ਕਾਨੂੰਨੀ ਕਾਰਵਾਈ ਵਾਸਤੇ ਅਸੀਂ ਇਹਨਾਂ ਨੂੰ ਕਿਹਾ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰਾਵੇ, ਪਰ ਹੁਣ ਉਹਨਾਂ ਤੇ ਉੱਤੇ ਇੱਕ ਪਰਚੇ ਸ਼੍ਰੋਮਣੀ ਕਮੇਟੀ ਨਹੀਂ ਕਰਾਊਗੀ, ਜਥੇਬੰਦੀਆਂ ਭਾਵ ਕਿ ਅਸੀਂ ਆਪ ਕਰਾਵਾਂਗੇ। ਤੇ ਦੂਸਰਾ ਇਹਨਾਂ ਵੱਲੋਂ ਜਿਹੜਾ ਮਤਾ ਪਾਇਆ ਜਾਣਾ ਵਾ ਆਪਣਾ ਕਰਕੇ ਜਿਹੜੀ ਕਮੇਟੀ ਇਹਨਾਂ ਦੀ ਬੈਠਣੀ ਆ, ਉਹਦੇ ਵਿੱਚ ਇਹਨਾਂ ਵੱਲੋਂ ਪਹਿਲਾਂ ਮਤਾ ਪਾਇਆ ਗਿਆ ਸੀ ਕਿ ਪਰਚੇ ਨਹੀਂ ਹੋਣਗੇ, ਉਹਨਾਂ ਤੇ ਵਿਭਾਗੀ ਕਾਰਵਾਈ ਹੋਊਗੀ। ਪਰ ਹੁਣ ਉਹਨਾਂ ਵੱਲੋਂ ਮਤਾ ਇਹ ਕਿਹਾ ਗਿਆ ਵੀ ਮਤਾ ਪਾ ਕੇ ਸਾਨੂੰ ਦਿੱਤਾ ਜਾਵੇ ਕਿ ਉਹਨਾਂ ਤੇ ਫੌਜਦਾਰੀ ਮੁਕੱਦਮੇ ਦਰਜ ਹੋਣਗੇ। ਜਿਹੜੀ ਦਸਤਾਰ ਲਾਈ ਗਈ ਜੀ ਸਵੇਰੇ, ਉਹਦੀ ਇਹਨਾਂ ਨੇ ਮਾਫੀ ਮੰਗ ਲਈ ਆ ਟਾਸਕ ਫੋਰਸ ਨੇ। ਕਾਰਵਾਈ ਕਰਵਾਈ ਜੀ? ਨਹੀਂ, ਮੈਂ ਦੱਸਦਾ ਨਾ ਜੀ। ਹੁਣ ਕੀ ਹੋਇਆ ਨਾ, ਜਦੋਂ ਉਹਦੇ ਪਹਿਰਾ ਹੋਇਆ ਤੇ ਦਸਤਾਰ ਲੱਥ ਗਈ, ਤੁਸੀਂ ਜਾਣਦੇ ਹੋ ਝਗੜਾ ਹੁੰਦਾ ਵਤੇ ਹੁੰਦਾ, ਪਰ ਉਹਦੇ ਵਿੱਚ ਇਹਨਾਂ ਦੀ ਗਲਤੀ ਸੀ ਤੇ ਉਹ ਗਲਤੀ ਇਹਨਾਂ ਨੇ ਪੂਰੇ ਮੀਡੀਆ ਦੇ ਵਿੱਚ ਆ ਕਰਕੇ ਮੀਡੀਆ ਦੀ ਹਾਜ਼ਰੀ ਵਿੱਚ ਉਹ ਮੰਗੀ ਹੈ, ਮਾਫੀ ਮੰਗੀ ਹੈ। ਤੁਹਾਨੂੰ ਕੀ ਲੱਗਦਾ ਨਿਸ਼ਪਕਸ਼ ਜਿਹੜਾ ਕਾਰਵਾਈ ਕੀਤੀ ਜਾਊਗੀ?
ਵੇਖੋ ਜੀ, ਆਸ ਕਰਦੇ ਹਾਂ ਜੀ, ਆਸ ਕਰਦੇ ਹਾਂ, ਪਰ ਜਿਹੜੀ ਨਿਸ਼ਪਕਸ਼ ਕਾਰਵਾਈ ਦੀ ਗੱਲ ਆ ਉਹ ਇਸੇ ਕਰਕੇ ਅਸੀਂ ਪਰਚਾ ਆਪ ਦਾ ਚ ਕਰਾਉਣ ਲੱਗੇ ਹਾਂ ਕਿ ਐਸਜੀਪੀਸੀ ਜੇ ਪਰਚਾ ਆਪ ਕਰਾਉਂਦੀ ਆ ਤੇ ਉਹ ਕੇਸ ਨੂੰ ਕਮਜ਼ੋਰ ਰੱਖੂਗੀ। ਹੋ ਸਕਦਾ ਕਿ ਉਹ ਆਪਣੇ ਬੰਦਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰੇ, ਪਰ ਪਰਚਾ ਅਸੀਂ ਕਰਾਵਾਂਗੇ, ਦੋਸ਼ੀਆਂ ਤੇ ਠੋਸ ਕਾਰਵਾਈ ਅਸੀਂ ਕਰਾਵਾਂਗੇ। ਤੁਹਾਨੂੰ ਲੱਗਦਾ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਕਾਰਵਾਈ ਹੋਣੀ ਚਾਹੀਏ? ਨਹੀਂ, ਇਹ ਮਸਲਾ ਇਦਾਂ ਵਾ ਨਾ ਜੀ, ਇੱਕ ਧਾਰਮਿਕ ਪਹਿਰਾ ਵਾ, ਧਾਰਮਿਕ ਮਸਲਾ ਵਾ, ਇਹਦੇ ਵਿੱਚ ਧਾਰਮਿਕ ਮਸਲੇ ਦੇ ਨਾਲ ਪਰ ਜਿਹੜੇ ਦੋਸ਼ੀ ਨੇ ਜਿਨ੍ਹਾਂ ਤੇ ਫੌਜਦਾਰੀ ਮੁਕੱਦਮੇ ਬਣਦੇ ਨੇ ਉਹ ਤਾਂ ਪੁਲਿਸ ਤਾਂ ਕਰੂਗੀ, ਪਰ ਪੁਲਿਸ ਦੇ ਕਰਨ ਤੋਂ ਪਹਿਲਾਂ ਉਹਨਾਂ ਨੂੰ ਸ਼ਿਕਾਇਤ ਦੇਣੀ ਜ਼ਰੂਰੀ ਆ। ਜਿਹੜੀ ਸ਼ਿਕਾਇਤ ਸਾਡੇ ਵੱਲੋਂ ਦਿੱਤੀ ਗਈ ਸੀ ਉਹ ਧਾਰਮਿਕ ਸੀਗੀ, ਧਾਰਮਿਕ ਭਾਵਨਾਵਾਂ ਦੀ ਸੀ, ਪਰ ਇਹਦੇ ਕਾਨੂੰਨੀ ਪਹਿਲੂ ਜਿਹੜੇ ਸਾਡੇ ਅੱਜ ਹਾਈ ਕੋਰਟ ਦੇ ਵਕੀਲ ਸਿਮਰਜੋਤ ਸਿੰਘ ਆਏ ਸਨ, ਉਹਨਾਂ ਦੀ ਰਾਏ ਦੇ ਨਾਲ ਜਿਹੜੇ ਸਾਡੇ ਕਾਨੂੰਨੀ ਪਹਿਰੇ ਸਨ, ਸਾਰੇ ਕਾਨੂੰਨੀ ਦਾਅਵੇ ਸਨ, ਉਹਦੇ ਮੁਤਾਬਕ ਹੁਣ ਅਸੀਂ ਕਾਰਵਾਈ ਕਰਾਉਣ ਲੱਗੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੀਤੇ ਦਿਨ ਤੋਂ ਸਤਿਕਾਰ ਕਮੇਟੀ ਦੇ ਕੁਝ ਲੋਕ ਵੀਰ ਸਾਡੇ ਜਿਹੜੇ ਨੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਵੇਸ਼ ਦੁਆਰ ਤੇ ਜਿਹੜਾ ਉਹ ਬੈਠੇ ਨੇ ਧਰਨੇ ਤੇ। ਉਹਨਾਂ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਸਾਹਿਬਾਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਸਾਡੇ ਪੰਥਕ ਲੀਡਰ ਨੇ, ਸਤਿਕਾਰਯੋਗ ਪ੍ਰਧਾਨ ਸਾਹਿਬ ਤੇ ਐਗਜ਼ੈਕਟਿਵ ਕਮੇਟੀ ਦੇ ਮੈਂਬਰ ਸਾਹਿਬਾਨ, ਸੀਨੀਅਰ ਮੀਤ ਪ੍ਰਧਾਨ ਸਾਹਿਬ ਲਗਾਤਾਰ ਉਹਨਾਂ ਦੇ ਨਾਲ ਸੰਪਰਕ ਵਿੱਚ ਨੇ ਔਰ ਉਹਨਾਂ ਦੇ ਨਾਲ ਮੀਟਿੰਗਾਂ ਕਰਕੇ ਮਸਲਾ ਹੱਲ ਕਰਨ ਦੀ ਜਿਹੜੀ ਆ ਉਹ ਕੋਸ਼ਿਸ਼ ਕੀਤੀ ਜਾ ਰਹੀ ਹੈ, ਕਿਉਂਕਿ ਕੋਈ ਵੀ ਮਸਲਾ ਜਿਹੜਾ ਉਹ ਕਿਸੇ ਤਰ੍ਹਾਂ ਦਾ ਵੀ ਹੋਵੇ ਉਹ ਮਿਲ ਬੈਠ ਕੇ ਹੀ ਹੱਲ ਹੁੰਦਾ ਔਰ ਲਗਾਤਾਰ ਉਹ ਸੰਪਰਕ ਵਿੱਚ ਹੈ ਇੱਕ ਦੂਸਰੇ ਦੇ, ਤੇ ਕੋਸ਼ਿਸ਼ ਹੋ ਰਹੀ ਹੈਗੀ ਜੇ ਸਤਿਗੁਰ ਸੱਚੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਜੀ ਕਿਰਪਾ ਕਰਨਗੇ ਤੇ ਜਲਦੀ ਹੀ ਇਹਦਾ ਹੱਲ ਨਿਕਲ ਆਵੇਗਾ। ਜਿੱਥੋਂ ਤੱਕ ਕੁਝ ਲੋਕ ਜਿਹੜੇ ਨੇ ਇਸ ਗੱਲ ਦਾ ਫਾਇਦਾ ਉਠਾ ਕੇ ਸੋਸ਼ਲ ਨੈਟਵਰਕ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਸਾਹਿਬਾਨ ਅਤੇ ਪੰਥਕ ਸ਼ਖਸੀਅਤਾਂ ਦੇ ਖਿਲਾਫ ਭੱਦੀ ਸ਼ਬਦਾਵਲੀ ਦੀ ਜਿਹੜੀ ਆ ਉਹ ਵਰਤੋਂ ਕਰ ਰਹੇ ਨੇ, ਜਿਹਦੀ ਸਖਤ ਸ਼ਬਦਾਂ ਵਿੱਚ ਅਸੀਂ ਨਿੰਦਾ ਕਰਦੇ ਹਾਂ। ਅਸੀਂ ਨਹੀਂ, ਮੇਰੇ ਖਿਆਲ ਜਿੱਥੇ ਵੀ ਕੋਈ ਗੁਰੂ ਨਾਨਕ ਨਾਮ ਲੇਵਾ ਸਿੱਖ ਬੈਠਾ ਜਿਹੜਾ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਤਮਸਤਕ ਹੁੰਦਾ, ਸ਼ਾਇਦ ਉਹ ਅਜਿਹੀ ਸ਼ਬਦਾਵਲੀ ਨੂੰ ਮਾਨਤਾ ਨਹੀਂ ਦਿੰਦਾ। ਇੱਥੋਂ ਤੱਕ ਕਿ ਕਈ ਲੋਕ ਜਿਹੜੇ ਨੇ ਉਹ ਨਰਾਇਣੂ ਮੰਤ ਦੀ ਔਲਾਦ ਤੱਕ ਦੇ ਜਿਹੜੇ ਨੇ ਉਹ ਸ਼ਬਦ ਵਰਤਦੇ ਆ, ਜਿਹੜੇ ਬਿਲਕੁਲ ਵੀ ਜਾਇਜ਼ ਨਹੀਂ। ਅੱਜ ਸਰਾਂ ਵਾਲਾ ਗੇਟ ਗੁਰੂ ਰਾਮਦਾਸ ਸਰਾਂ ਦੇ ਬਾਹਰ ਜਿਹੜਾ ਆ ਉਹ ਬਿਲਕੁਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਹਮਣੇ ਸੜਕ ਦੇ ਵਿੱਚ ਜਿਹੜਾ ਉਹ 4 ਤੋਂ 5 ਜਿਹੜੇ ਲੋਕ ਆਣ ਕੇ ਬੈਠੇ, ਜਿਹੜੇ ਨਿਹੰਗ ਬਾਣੇ ਦੇ ਵਿੱਚ, ਔਰ ਉਹਨਾਂ ਦੇ ਕੋਲ ਹਥਿਆਰ ਵੀ ਸਨ, ਵੱਖ-ਵੱਖ ਕਿਸਮ ਦੇ ਉਹਨਾਂ ਚੋਂ 5 ਬੰਦਿਆਂ ਕੋਲ ਹਥਿਆਰ ਸਨ। 5-6 ਲੋਕ ਹੀ ਉਹਨਾਂ ਦੇ ਨਾਲ ਦੂਜੇ ਸਨ, ਉਹ ਆਣ ਕੇ ਉੱਥੇ ਵੱਖਰੇ ਤੌਰ ਤੇ ਜਿਹੜੇ ਆ ਉਹ ਬੈਠ ਗਏ। ਉਸ ਤੋਂ ਬਾਅਦ ਉਹਨਾਂ ਨੇ ਬਿਲਕੁਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਿੱਥੋਂ ਨਜ਼ਰ ਆਉਂਦਾ ਉਹਦੇ ਸਾਹਮਣੇ ਅਹੁਦੇਦਾਰਾਂ ਦੇ ਖਿਲਾਫ ਜਿਹੜਾ ਹੈਗਾ ਉਹ ਭੱਦੀ ਸ਼ਬਦਾਵਲੀ ਦੀ ਵਰਤੋਂ ਵਾਲਾ ਜਿਹੜਾ ਉਹ ਬੋਰਡ ਲਾਉਣ ਦੀ ਉਹਨਾਂ ਨੇ ਜਿਹੜੀ ਕੋਸ਼ਿਸ਼ ਕੀਤੀ। ਜਦੋਂ ਉਹਨਾਂ ਨੂੰ ਇਸ ਤਰ੍ਹਾਂ ਕਰਨ ਤੋਂ ਰੋਕਿਆ ਕਿ ਤੁਸੀਂ ਬੋਰਡ ਵਗੈਰਾ ਜਿਹੜਾ ਉਹ ਹਰਿਮੰਦਰ ਸਾਹਿਬ ਦੇ ਬਿਲਕੁਲ ਸਾਹਮਣੇ ਇਸ ਤਰ੍ਹਾਂ ਨਾ ਲਾਓ ਜੀ, ਉਹਦੇ ਤੋਂ ਤੈਸ਼ ਵਿੱਚ ਆਣ ਕੇ ਉਹਨਾਂ ਨੇ ਜਿਹੜਾ ਸੀਗਾ ਉਹ ਅਹੁਦੇਦਾਰਾਂ ਨੂੰ ਗਾਲਾਂ ਕੱਢੀਆਂ, ਬੁਰਾ ਭਲਾ ਬੋਲਿਆ। ਇਸੇ ਦੌਰਾਨ ਹੀ ਜਿਹੜਾ ਹੈਗਾ ਉਹ ਸਾਡੇ ਮੁਲਾਜ਼ਮਾਂ ਨੇ ਜਿਹੜਾ ਉਹ ਬੋਰਡ ਜਿਹੜਾ ਸੀ ਉਹਨਾਂ ਲਾਇਆ ਉਹਨੂੰ ਲਾ ਦਿੱਤਾ, ਜਿਸ ਤੋਂ ਉੱਧਰ ਉੱਧਰੀ ਆਪਸੀ ਕਲੈਸ਼ ਵੀ ਹੋਇਆ। ਔਰ ਇਸ ਚੀਜ਼ ਦਾ ਫਾਇਦਾ ਉਠਾ ਕੇ ਕੁਝ ਸੋਸ਼ਲ ਨੈਟਵਰਕ ਤੇ ਲੋਕ ਜਿਹੜੇ ਨੇ ਉਹ ਛੋਟੀ ਗੱਲ ਨੂੰ ਬਹੁਤ ਵੱਡਾ ਬਣਾ ਕੇ ਪੇਸ਼ ਕਰ ਰਹੇ ਆ। ਬਹੁਤ ਹੈਰਾਨੀਜਨਕ ਗੱਲ ਆ ਕਿ ਜਿਹੜੀ ਵਰਤੋਂ ਕਦੀ ਆਪਾਂ ਸਿੱਖ ਸੋਚ ਨਹੀਂ ਸਕਦੇ ਉਹਦੀ ਵਰਤੋਂ ਕੀਤੀ ਜਾ ਰਹੀ ਹੈ, ਜਿਸ ਦੀ ਜਿੰਨੀ ਵੀ ਨਿਖੇਧੀ ਹੋਵੇ ਉਹ ਥੋੜ੍ਹੀ ਆ ਔਰ ਨਿਖੇਧੀ ਕਰਨੀ ਉਹਦੀ ਜ਼ਰੂਰੀ ਆ। ਮੈਂ ਇੱਕ ਵਾਰ ਫੇਰ ਦੇਸ਼ ਔਰ ਵਿਦੇਸ਼ਾਂ ਵਿੱਚ ਵਸਦੀ ਸਮੁੱਚੀ ਸੰਗਤ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਸੰਗਤ ਜੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿੱਥੋਂ ਤੱਕ ਪਾਵਨ ਸਰੂਪਾਂ ਦੀ ਮਾਇਆ ਜਿਹੜੀ ਹੈਗੀ ਉਹ ਖਾ ਜਾਣ ਵਾਲੇ ਲੋਕ ਜਿਨ੍ਹਾਂ ਨੂੰ ਦੋਸ਼ੀ ਪਾਇਆ ਗਿਆ ਪੜਤਾਲ ਦੇ ਵਿੱਚ, ਕਿਉਂਕਿ ਸ਼੍ਰੀ ਅਕਾਲ ਤਖਤ ਸਾਹਿਬ ਸਿੱਖ ਪੰਥ ਲਈ ਸਭ ਤੋਂ ਉੱਪਰ ਹੈ। ਅਕਾਲ ਤਖਤ ਸਾਹਿਬ ਵੱਲੋਂ ਉਹਦੀ ਜਿਹੜੀ ਕਰਾਈ ਗਈ ਪੜਤਾਲ ਦੌਰਾਨ ਜਿਹੜੇ ਦੋਸ਼ੀ ਲੋਕ ਸਾਹਮਣੇ ਆਏ
ਉਹਨਾਂ ਦੇ ਖਿਲਾਫ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਹਿਲਾਂ ਹੀ ਬੜੀ ਸਖਤ ਕਾਰਵਾਈ ਕੀਤੀ। ਉਹਨਾਂ ਦੀਆਂ ਇੱਥੋਂ ਤੱਕ ਕਿ ਉਹਨਾਂ ਨੂੰ ਨੌਕਰੀ ਤੋਂ ਡਿਸਮਿਸ ਕਰ ਦਿੱਤਾ ਗਿਆ ਔਰ ਜਿੱਥੋਂ ਤੱਕ ਉਹਨਾਂ ਦੇ ਮੇਰੇ ਖਿਆਲ ਫੰਡਾਂ ਦਾ 35 ਲੱਖ ਦੇ ਕਰੀਬ ਉਹਨਾਂ ਦਾ ਬਣਦਾ ਹੋਊਗਾ, ਉਹ ਵੀ ਉਹਨਾਂ ਦਾ ਜਿਹੜਾ ਜ਼ਬਤ ਹੋਵੇਗਾ। ਔਰ ਅਜੇ ਇਹ ਕਾਰਵਾਈ ਜਿਹੜੀ ਹੈਗੀ ਉਹ ਬੰਦ ਨਹੀਂ ਹੋਈ, ਲੇਕਿਨ ਇਸ ਚੀਜ਼ ਨੂੰ ਭੁਲੇਖਾ ਪਾਓ ਸੰਗਤ ਦੇ ਵਿੱਚ ਜਿਹੜਾ ਹੈਗਾ ਉਹ ਪਾ ਕੇ ਦੱਸਿਆ ਜਾ ਰਿਹਾ। ਮੇਰੀ ਬੇਨਤੀ ਆ ਸੰਗਤ ਦੇ ਅੱਗੇ ਕਿ ਉਹ ਵਿਸ਼ਵਾਸ ਕਰਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਹਿਲਾਂ ਵੀ ਪੂਰੀ ਸੁਹਿਰਦਤਾ ਨਾਲ ਜਿਹੜਾ ਉਹ ਕੰਮ ਇਸ ਮਸਲੇ ਪ੍ਰਤੀ ਕਰ ਰਹੀ ਹੈ ਤੇ ਅੱਗੋਂ ਵੀ ਕਰਦੀ ਰਹੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Now Even Punjabi launch a newspaper, The Power of Words. Now you check out all our daily updates on our website www.evenpunjabi.com and all updates on our social networks, Facebook, Twitter, Instagram and YouTube. Thank you. ਮੈਂ ਆਪਣੇ ਇਹ ਮੋਢਿਆਂ ਤੇ ਗੋਡਿਆਂ ਤੋਂ ਬਹੁਤ ਦੁਖੀ ਸੀ। ਮੇਰੇ ਲਈ ਤਾਂ ਤੁਰਨਾ ਫਿਰਨਾ ਵੀ ਇੰਨਾ ਔਖਾ ਹੋਇਆ ਸੀ, ਮੈਂ ਦੱਸ ਵੀ ਨਹੀਂ ਸਕਦਾ। ਪਰ ਜਦ ਤੋਂ ਮੈਨੂੰ ਫੀ ਰਿਲੀਫ ਮਿਲਿਆ 2.5-3 ਮਹੀਨੇ ਇਸਤੇਮਾਲ ਕਰਨ ਤੋਂ ਬਾਅਦ ਗੋਡੇ ਵੀ ਓਕੇ, ਮੋਢੇ ਵੀ ਓਕੇ। ਜੇ ਤੁਸੀਂ ਵੀ ਕਿਸੇ ਇਸ ਤਰ੍ਹਾਂ ਦੀ ਬਿਮਾਰੀ ਤੋਂ ਪਰੇਸ਼ਾਨ ਹੋ ਤੇ ਬੇਝਿਜਕ ਹੋ ਕੇ ਇਸ ਨੂੰ ਇਸਤੇਮਾਲ ਕਰੋ। ਸਿਰਫ 2.5-3 ਮਹੀਨੇ ਇਹ 125 ਬਿਮਾਰੀਆਂ ਤੱਕ ਦਾ ਇਲਾਜ ਕਰ ਸਕਦਾ ਹੈ। ਫੀ ਰਿਲੀਫ ਹਮੇਸ਼ਾ ਯਾਦ ਰੱਖੋ। ਬਸ ਕੁਝ ਦਿਨਾਂ ਤੋਂ ਮੈਨੂੰ ਵਾਲਾਂ ਦੀ ਬੜੀ ਸਮੱਸਿਆ ਸੀ, ਮੇਰੇ ਵਾਲ ਝੜਨੇ ਸ਼ੁਰੂ ਹੋ ਗਏ ਸੀ। ਮੈਨੂੰ ਮੇਰੇ ਦੋਸਤ ਨੇ ਆਇਲ ਫੀ ਰਿਲੀਫ ਵਾਲੇ ਦੱਸਿਆ। ਮੈਂ ਇਹ ਤੇਲ 3 ਕੁ ਮਹੀਨੇ ਲਾਣਾ ਆਪਣੇ ਸਿਰ ਤੇ ਅਪਲਾਈ ਕੀਤਾ। ਇਹ ਬਿਲਕੁਲ ਆਯੁਰਵੈਦਿਕ ਤੇਲ ਹੈ, ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈ ਤੇ ਮੇਰੇ ਵਾਲ ਜਿਹੜੇ ਗੰਜਪਣ ਪੈਣਾ ਸ਼ੁਰੂ ਹੋ ਗਿਆ ਸੀ ਉਹ ਦੁਬਾਰਾ ਆਉਣ ਲੱਗ ਗਏ ਤੇ ਮੈਨੂੰ ਤਾਂ ਬੜਾ ਫਾਇਦਾ ਦਿੱਤਾ ਇਸ ਨੇ। ਜੇ ਤੁਹਾਨੂੰ ਵੀ ਕਿਸੇ ਇਸ ਤਰ੍ਹਾਂ ਦੀ ਪ੍ਰੋਬਲਮ ਦਾ ਤੁਸੀਂ ਸਾਹਮਣਾ ਕਰ ਰਹੇ ਹੋ ਤਾਂ ਇਹ ਤੇਲ ਲਾਣਾ ਨਾ ਭੁੱਲੋ। ਕਿਤਨਾ ਕਿਤੇ ਅਸੀਂ ਆਪਣੇ ਬਾਲਾਂ ਕਰਕੇ ਸ਼ਰਮ ਫੀਲ ਕਰਦੇ ਹਾਂ ਕਿ ਸੋਸਾਇਟੀ 'ਚ ਬੈਠੇ ਹਾਂ ਕਿ ਕੋਈ ਮਜ਼ਾਕ ਨਾ ਕਰ ਰਿਹਾ ਹੋਏ, ਪਰ ਥੈਂਕਸ ਟੂ ਫ੍ਰੀ ਲੀਫ ਜਿਹਨੇ ਮੇਰਾ ਇੱਕ ਕੌਨਫੀਡੈਂਸ ਬਿਲਡ ਕੀਤਾ, ਜਿਹਦੇ ਲਗਾਉਣ ਨਾਲ ਮੈਂ ਮਾਰਕੀਟ 'ਚ ਹੁਣ ਬੜਾ ਹੀ ਕੌਨਫੀਡੈਂਟ ਹਾਂ ਔਰ ਇਹਦੇ ਨਾਲ ਮੈਨੂੰ ਬੜਾ ਫਾਇਦਾ ਹੋਇਆ। ਅਤੇ ਮੈਨੂੰ ਸਰਵਾਈਕਲ ਦੀ ਵੀ ਦਿੱਕਤ ਸੀ ਅਤੇ ਉਹਦੇ ਨਾਲ ਵੀ ਮੈਨੂੰ ਬੜਾ ਰਿਲੀਫ ਮਿਲਿਆ। ਇਹ ਯੂਜ਼ ਕਰੋ ਅਤੇ ਮੈਂ ਪ੍ਰੈਕਟੀਕਲ ਯੂਜ਼ ਕਰ ਰਿਹਾ।